हेलो डियर स्टूडेंट्स, वेलकम बैक टू माय यूट्यूब चैनल। स्टूडेंट्स अज असी करांगे करैक्टर स्कैच ऑफ हसन, जो अपना चैप्टर चल ही रहा आ क्लास 12th का अ रेनबो ऑफ इंग्लिश बुक दे विचों फर्स्ट चैप्टर है जोड़ा अपना हसन's अटेंडेंस प्रॉब्लम। ਉਹਦਾ ਅਸੀਂ फर्स्ट लॉन्ग क्वेश्चन करांगे 50 to 60 वर्ड्स। ਤੇ ਚੈਪਟਰ ਨੂੰ ਕੁਐਸਚਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਧਿਆਨ ਨਾਲ ਮੇਰੀ ਗੱਲ ਸੁਣ ਲਓ। ਦੇਖੋ ਬੱਚੋ, ਮੈਂ ਤੁਹਾਨੂੰ ਇਹ ਕਹਿਣਾ ਚਾਹ ਰਹੀ ਹਾਂ ਕਿ ਮੇਰੀਆਂ ਕੁਝ ਓਲਡ ਵੀਡੀਓਜ਼ ਆ, ਉਹਨਾਂ ਦੇ ਵਿੱਚ ਦੇਖੋ ਜਾ ਕੇ ਕਿ ਮੈਂ ਕਿਵੇਂ ਸਪਾਈਡਰ ਮੈਪ ਬਣਾ ਕੇ ਬੱਚਿਆਂ ਨੂੰ ਇੱਕ ਕੁਐਸਚਨ ਨੂੰ ਅੱਛੇ ਤਰੀਕੇ ਨਾਲ ਲਰਨ ਕਰਨ ਦਾ ਵੇ ਦੱਸਿਆ ਹੋਇਆ ਆ। ਤੁਸੀਂ ਜਾ ਕੇ ਨੀਚੇ ਦੇਖੋ, ਹੋਰ ਬਹੁਤ ਸਾਰੀਆਂ ਵੀਡੀਓਜ਼ ਆਏ ਇਹਦੇ ਰਿਲੇਟਡ। ਤਾਂ ਉਹ ਮੈਥਡ ਨੂੰ ਐਂਡ ਉਸ ਤੋਂ ਇਲਾਵਾ ਹੋਰ ਵੀ ਟਿਪਸ ਐਂਡ ਟ੍ਰਿਕਸ ਆ, ਈਜ਼ੀ ਵੇ ਆ ਜਿਨ੍ਹਾਂ ਦੇ ਨਾਲ ਅਸੀਂ ਲੌਂਗ ਕੁਐਸਚਨਸ ਅੱਛੇ ਤਰੀਕੇ ਨਾਲ ਲਰਨ ਕਰ ਸਕਦੇ ਹਾਂ। ਤੁਸੀਂ ਉਹਨਾਂ ਨੂੰ ਵੀਡੀਓਜ਼ ਨੂੰ ਜਾ ਕੇ ਦੇਖੋ ਔਰ ਇਸ ਵੀਡੀਓ ਨੂੰ ਵੀ ਪਹਿਲਾਂ ਐਂਡ ਤੱਕ ਦੇਖੋ, ਬਿਕਾਜ਼ ਇਹ ਕੁਐਸਚਨ ਇੰਪੋਰਟੈਂਟ ਆ ਐਂਡ ਮੋਸਟ ਇੰਪੋਰਟੈਂਟ ਆ, ਇਹ ਐਗਜ਼ਾਮ ਦੇ ਵਿੱਚ ਆ ਸਕਦਾ ਆ। ਠੀਕ, ਅਤੇ ਆਪਾਂ ਹੁਣ ਕੁਐਸਚਨ ਸਟਾਰਟ ਕਰਦੇ ਹਾਂ। ਅਤੇ ਇਸ ਕੁਐਸਚਨ ਨੂੰ ਵੀ ਉਸੇ ਵੇ ਨਾਲ ਲਰਨ ਕਰਿਓ ਤਾਂ ਕਿ ਤੁਹਾਨੂੰ ਜਲਦੀ ਸਮਝ ਆ ਜਾਵੇ। ਸੋ ਅਸੀਂ ਇਸ ਵੀਡੀਓ ਦੇ ਵਿੱਚ 2 ਕੁਐਸਚਨ ਕਰਾਂਗੇ ਲੌਂਗ, ਠੀਕ ਹੈ। First is draw a character sketch of Hassan, and second is what is the theme of the chapter Hassan's attendance problem. So let's start with the first question. Draw a character sketch of Hassan. ਕਿ ਹਸਨ ਦੇ ਚਰਿੱਤਰ ਬਾਰੇ ਦੱਸਣਾ, ਹਸਨ ਕਿੱਦਾਂ ਦਾ ਸੀ। ਜਦੋਂ ਅਸੀਂ ਕਿਸੇ ਪਰਸਨ ਦੇ ਚਰਿੱਤਰ ਬਾਰੇ, ਉਹਦੇ ਕਰੈਕਟਰ ਬਾਰੇ ਦੱਸਦੇ ਹਾਂ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਅਸੀਂ ਉਹਦੀ ਅਪੀਅਰੈਂਸ ਬਾਰੇ ਦੱਸਦੇ ਹਾਂ, ਠੀਕ ਹੈ। ਫਸਟ ਪੁਆਇੰਟ ਸਾਡਾ ਇਹ ਆ ਕਿ ਅਸੀਂ ਉਹਦੀ ਅਪੀਅਰੈਂਸ ਬਾਰੇ ਦੱਸਾਂਗੇ। ਅਪੀਅਰੈਂਸ ਬਾਰੇ ਕੀ ਦੱਸਾਂਗੇ ਅਸੀਂ ਕਿ ਹਸਨ ਵਾਜ਼ ਅ ਟਾਲ ਹੈਂਡਸਮ ਐਂਡ ਅ ਬ੍ਰਾਈਟ ਬੋਏ। ਬ੍ਰਾਈਟ ਮਤਲਬ ਦਿਮਾਗੀ ਤੌਰ 'ਤੇ ਉਹ ਸਮਝਦਾਰ ਅਤੇ ਸਿਆਣਾ ਸੀ, ਇੰਟੈਲੀਜੈਂਟ ਸੀ। ਉਹ ਟਾਲ ਸੀ, ਉਹ ਹੈਂਡਸਮ ਸੀ। ਹੀ ਵਾਜ਼ ਅ ਸਟੂਡੈਂਟ ਆਫ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨਸ। ਉਹ ਕੰਪਿਊਟਰ ਐਪਲੀਕੇਸ਼ਨ ਯਾਨੀ ਕਿ ਮਾਸਟਰਸ ਦੀ MCA ਕਰਦਾ ਸੀਗਾ ਉਹ, ਅਤੇ ਉਹਦਾ ਸਟੂਡੈਂਟ ਸੀ ਉਹ MCA ਦਾ। ਹੀ ਹੈਡ ਅ ਵੈਰੀ ਗੁੱਡ ਮੈਮਰੀ। ਉਹਦੀ ਮੈਮਰੀ ਕੀ ਸੀ, ਬਹੁਤ ਸ਼ਾਰਪ ਸੀ। ਮੈਮਰੀ ਕੀ ਹੁੰਦਾ, ਦਿਮਾਗ ਉਹਦਾ ਤੇਜ਼ ਸੀ। ਹੀ ਬਿਲੋਂਗਡ ਟੂ ਆ ਰਿਚ ਫੈਮਲੀ। ਉਹ ਇੱਕ ਅਮੀਰ ਘਰਾਣੇ ਨੂੰ ਬਿਲੋਂਗ ਕਰਦਾ ਸੀ, ਮਤਲਬ ਅਮੀਰ ਘਰਾਣੇ ਦਾ ਉਹ ਇੱਕ ਉੱਠਿਆ ਹੋਇਆ ਬੱਚਾ ਸੀ, ਅਮੀਰ ਘਰਾਣਾ ਸੀ ਉਹਦਾ। ਹੀ ਵਾਜ਼ ਦਾ ਓਨਲੀ ਸਨ ਆਫ ਹਿਜ਼ ਪੇਰੈਂਟਸ। ਉਹ ਆਪਣੇ ਬੱਚਿਆਂ ਦਾ ਓਨਲੀ ਮਤਲਬ ਇਕਲੌਤਾ, ਉਹ ਇਕਲੌਤਾ ਪੁੱਤਰ ਸੀ ਆਪਣੇ ਪੇਰੈਂਟਸ ਦਾ, ਆਪਣੇ ਮਾਂ ਬਾਪ ਦਾ। ਹੀ ਵਾਜ਼ ਨਾਟ ਰੈਗੂਲਰ ਇਨ ਹਿਜ਼ ਸਟੱਡੀਜ਼। ਰੈਗੂਲਰ ਕੀ ਹੁੰਦਾ ਕਿ ਕਿਸੇ ਕੰਮ ਨੂੰ ਰੋਜ਼ਾਨਾ ਕਰਨਾ, ਕਿਸੇ ਚੀਜ਼ ਦੀ ਸਾਨੂੰ ਡੇਲੀ ਰੂਟੀਨ ਹੋਣਾ, ਹੈਬਿਟ ਹੋਣਾ, ਹਰ ਰੋਜ਼ ਦਾ ਕਰਨਾ। ਬਟ ਇੱਥੇ ਉਹਨਾਂ ਨੇ ਨੋਟ ਲਗਾ ਦਿੱਤਾ। ਇੱਥੇ ਅਸੀਂ ਇਰਰੈਗੂਲਰ ਵੀ ਲਗਾ ਸਕਦੇ ਸੀ, ਰੈਗੂਲਰ ਦੇ ਅੱਗੇ IR ਲਗਾ ਕੇ ਇਰਰੈਗੂਲਰ ਬਣਾ ਸਕਦੇ ਸੀ, ਠੀਕ ਹੈ। ਅਤੇ ਇਹ ਜ਼ਰੂਰੀ ਨਹੀਂ ਹੁੰਦਾ, ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਦੱਸ ਦੇਵਾਂ ਕਿ ਤੁਸੀਂ ਸੇਮ ਡਿਟੋ ਬੁੱਕਿਸ਼ ਲੈਂਗੁਏਜ ਲਿਖਣੀ ਆ। ਤੁਸੀਂ ਆਪਣੀ ਲੈਂਗੁਏਜ ਦੇ ਅਕੋਰਡਿੰਗ ਵੀ ਆਨਸਰਸ ਅਟੈਂਪਟ ਕਰ ਸਕਦੇ ਹਾਂ। ਈਵਨ ਦੋ ਕਿ ਜਿਹੜੀ ਤੁਹਾਡੀ ਲੈਂਗੁਏਜ ਆ ਨਾ, ਉਹਦੇ ਵਿੱਚ ਦਿੱਤਾ ਗਿਆ ਆਨਸਰ ਟੀਚਰ ਲਈ ਬਹੁਤ ਹੀ ਜ਼ਿਆਦਾ ਮਤਲਬ ਅਟਰੈਕਟਿਵ ਹੁੰਦਾ। ਟੀਚਰ ਨੂੰ ਇੱਦਾਂ ਲੱਗਦਾ ਕਿ ਬੱਚੇ ਨੇ ਆਪਣੀ ਸੈਂਸ ਦੇ ਅਕੋਰਡਿੰਗ ਲਿਖਿਆ, ਤਾਂ ਡੈਫੀਨੇਟਲੀ ਇਹਨੂੰ ਇੰਗਲਿਸ਼ ਵੀ ਬਣਾਉਣੀ ਆਉਂਦੀ, ਇਹਨੂੰ ਸੈਂਟੈਂਸ ਵੀ ਕਰਨੇ ਆਉਂਦੇ, ਤਾਂ ਹੀ ਆਪਣੀ ਸੈਂਸ ਦੇ ਅਕੋਰਡਿੰਗ ਕਰ ਰਿਹਾ। ਸੋ ਟਰਾਈ ਕਰਿਓ ਕਿ ਕ੍ਰੈਮਿੰਗ ਨਾ ਕਰਿਓ, ਕਿ ਤੁਸੀਂ ਅੱਛੇ ਤਰੀਕੇ ਨਾਲ ਯਾਦ ਕਰੋ ਐਂਡ ਆਪਣੀ ਲੈਂਗੁਏਜ ਦੇ ਅਕੋਰਡਿੰਗ ਲਿਖੋ। ਫਾਈਨ। ਹੀ ਵਾਜ਼ ਨਾਟ ਰੈਗੂਲਰ ਐਟ ਹਿਜ਼ ਸਟੱਡੀਜ਼। ਹੀ ਵਾਜ਼ ਹਾਰਡਲੀ ਐਵਰ ਪ੍ਰੈਜੈਂਟ ਇਨ ਦਾ ਕਲਾਸ। ਹਾਰਡਲੀ ਮਤਲਬ ਮੁਸ਼ਕਿਲ ਦੇ ਨਾਲ, ਉਹ ਬੜੀ ਮੁਸ਼ਕਿਲ ਦੇ ਨਾਲ ਆਪਣੀ ਕਲਾਸ ਦੇ ਵਿੱਚ ਪ੍ਰੈਜੈਂਟ ਹੁੰਦਾ ਸੀ। ਹੀ ਆਲਵੇਜ਼ ਫੈਲ ਸ਼ੋਰਟ ਆਫ ਅਟੈਂਡੈਂਸ। ਕਹਿੰਦੇ ਉਹਦੀ ਅਟੈਂਡੈਂਸ ਹਮੇਸ਼ਾ ਘਟਦੀ ਸੀ, ਮਤਲਬ ਉਹਦੀ ਅਟੈਂਡੈਂਸ ਕਦੇ ਪੂਰੀ ਨਹੀਂ ਸੀ ਹੁੰਦੀ। ਬੀਇੰਗ ਬਰਾਈਟ, ਹੁਸ਼ਿਆਰ ਹੋਣ ਦੇ ਨਾਤੇ, ਹੀ ਵੁੱਡ ਆਲਵੇਜ਼ ਗੈਟ ਅ ਫਸਟ ਕਲਾਸ ਇਨ ਦ ਐਗਜ਼ਾਮੀਨੇਸ਼ਨਸ। ਉਹ ਆਪਣੀ ਪੜ੍ਹਾਈ ਦੇ ਵਿੱਚ ਹਮੇਸ਼ਾ ਪਹਿਲੇ ਦਰਜੇ 'ਤੇ ਆਉਂਦਾ ਹੁੰਦਾ ਸੀਗਾ, ਭਾਵੇਂ ਉਹ ਸਕੂਲ ਨਹੀਂ ਵੀ ਸੀ ਜਾਂਦਾ, ਪਰ ਉਹ ਕੀ ਸੀ, ਬਰਾਈਟ ਬੱਚਾ ਸੀ, ਹੁਸ਼ਿਆਰ ਸੀ ਪੜ੍ਹਨ 'ਚ। ਹਸਨ ਡਿਡ ਨਾਟ ਵੈਲਿਊ ਟਾਈਮ। ਕਹਿੰਦੇ ਹਸਨ ਨੂੰ ਸਮੇਂ ਦੀ ਕੋਈ ਵੀ ਵੈਲਿਊ ਨਹੀਂ ਸੀ। ਵੈਲਿਊ ਕੀ ਹੁੰਦਾ, ਉਹਨੂੰ ਮੀਨਸ ਕੀਮਤ ਦਾ, ਉਹਨੂੰ ਸਮੇਂ ਦਾ ਕੁਛ ਪਤਾ ਨਹੀਂ ਸੀ, ਸਮੇਂ ਦੀ ਕੀਮਤ ਨੂੰ, ਕਦਰ ਨੂੰ ਨਹੀਂ ਸੀ ਜਾਣਦਾ। ਹੀ ਵੁੱਡ ਸਪੈਂਡ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ। ਸਾਰੀ ਰਾਤ ਉਹ ਮਿਊਜ਼ਿਕ ਨੂੰ ਲਿਸਨ ਕਰਦਾ ਸੀ। ਵਨ ਥਿੰਗ ਸਟੂਡੈਂਟਸ, ਜਦੋਂ ਅਸੀਂ ਲਿਸਨ ਲਿਖਦੇ ਹਾਂ ਜਾਂ ਲਿਸਨਿੰਗ ਲਿਖਦੇ ਹਾਂ
ਤਾਂ ਨਾਲ ਟੂ ਆਉਣਾ। ਬਹੁਤ ਸਾਰੇ ਬੱਚੇ ਫੋਰ ਲਿਖ ਦਿੰਦੇ ਆ, ਆਫ ਲਗਾ ਦਿੰਦੇ ਆ, ਲਿਸਨਿੰਗ ਆਫ ਮਿਊਜ਼ਿਕ, ਲਿਸਨਿੰਗ ਔਨ ਮਿਊਜ਼ਿਕ, ਲਿਸਨਿੰਗ ਟੂ ਹੁੰਦਾ। ਇਹ ਛੋਟੀਆਂ ਛੋਟੀਆਂ ਗ੍ਰਾਮੈਟਿਕ ਐਰਰਸ ਤੁਹਾਡੇ ਕੁਐਸਚਨ ਦੇ ਵਿੱਚ ਮਤਲਬ ਉਹਨੂੰ ਬਹੁਤ ਗਲਤ ਕਰ ਦਿੰਦੀਆਂ। ਸੋ ਇੱਥੇ ਟੂ ਆਏਗਾ, ਠੀਕ ਹੈ। ਲਿਸਨਿੰਗ ਟੂ ਮਿਊਜ਼ਿਕ ਔਰ ਚੈਟਿੰਗ ਵਿਦ ਹਿਜ਼ ਫਰੈਂਡਸ। ਸਾਰੀ ਦੀ ਸਾਰੀ ਰਾਤ ਕਹਿੰਦੇ ਉਹ ਸਪੈਂਡ ਕਰ ਦਿੰਦਾ ਸੀ, ਬਿਤਾ ਦਿੰਦਾ ਸੀ ਮਿਊਜ਼ਿਕ ਸੁਣਨ 'ਚ, ਆਪਣੇ ਦੋਸਤਾਂ ਨਾਲ ਚੈਟਿੰਗ ਕਰਨ ਦੇ ਵਿੱਚ। ਹੀ ਸਲੈਪਟ ਐਟ 6 in the morning। ਉਹ ਸਵੇਰ ਦੇ 6 ਵਜੇ ਸੌਂਦਾ ਸੀ। ਹੀ ਕੰਟੀਨਿਊਡ ਹਿਜ਼ ਵੇਜ਼ ਇਨ ਲੇਟਰ ਲਾਈਫ ਆਲਸੋ। ਕਹਿੰਦੇ ਉਹਨੇ ਇਸ ਹੀ ਆਪਣੀ ਆਦਤ ਨੂੰ ਅਗਲੀ ਲਾਈਫ ਦੇ ਵਿੱਚ ਵੀ ਚਲਾਈ ਰੱਖਿਆ। ਹੀ ਵੁੱਡ ਨਾਟ ਗੈਟ ਅ ਗੁੱਡ ਜੋਬ। ਕਹਿੰਦੇ ਉਹਨੂੰ ਕੋਈ ਅੱਛੀ ਜੋਬ ਜਿਹੜੀ ਉਹ ਨਹੀਂ ਮਿਲ ਸਕੀ, ਇਸ ਕਰਕੇ ਕੁਡ ਨਾਟ ਨਾ ਮਿਲ ਸਕਣਾ, ਠੀਕ ਹੈ। ਹਿਜ਼ ਟੀਚਰ ਵਾਜ਼ ਸੌਰੀ ਫॉर ਹਿਮ। ਕਹਿੰਦੇ ਉਹਦੇ ਟੀਚਰ ਨੂੰ ਉਹਦੇ 'ਤੇ ਕੀ ਹੋਇਆ, ਬੜਾ ਹੀ ਅਫਸੋਸ ਹੋਇਆ। ਸੌਰੀ ਮੀਨਸ ਅਫਸੋਸ ਹੋਣਾ, ਕਿ ਮਤਲਬ ਆਪਾਂ ਕਹਿੰਦੇ ਹਾਂ ਨਾ ਕਿਸੇ ਨੂੰ ਸੌਰੀ ਫॉर ਦਿਸ ਜਦੋਂ ਕੁਛ ਬੈਡ ਸੁਣਦੇ ਆ, ਉੱਦਾਂ ਹੀ ਉਹਦੇ ਟੀਚਰ ਨੂੰ ਉਹਦੇ 'ਤੇ ਸੌਰੀ ਫੀਲ ਹੁੰਦਾ ਹੈ, ਕਿ ਮਤਲਬ ਅਫਸੋਸ ਹੁੰਦਾ ਵੀ ਅੱਛਾ ਬੱਚਾ ਹੋਣ ਦੇ ਨਾਤੇ ਵੀ ਅੱਛੀ ਜੋਬ ਹਾਸਿਲ ਨਹੀਂ ਕਰ ਪਾਇਆ। ਵੀ ਪਿਟੀ ਹਿਜ਼ ਮਾਈਜ਼ਰੇਬਲ ਫਲਾਈਟ। ਕਹਿੰਦੇ ਸਾਨੂੰ ਉਹਦੀ ਹਾਲਤ ਦੇ ਉੱਤੇ ਕੀ ਆਉਂਦਾ ਆ, ਤਰਸ ਆਉਂਦਾ। ਮਾਈਜ਼ਰੇਬਲ ਮਤਲਬ ਬੜੀ ਹੀ ਤਰਸਯੋਗ ਹਾਲਤ ਦੇ ਉੱਤੇ ਸਾਨੂੰ ਤਰਸ ਆਉਂਦਾ ਹੈ ਉਹਦੇ 'ਤੇ। ਸੋ ਇਹ ਸੀ ਸਾਡਾ ਕਰੈਕਟਰ ਸਕੈਚ ਆਫ ਹਸਨ। ਤੁਸੀਂ ਇਸ ਕੁਐਸਚਨ ਨੂੰ ਆਪਣੀ ਸੈਂਸ ਦੇ ਅਕੋਰਡਿੰਗ ਵੀ ਬਣਾ ਸਕਦੇ ਹੋ। ਤੁਸੀਂ ਅੱਛੇ ਵੇ ਦੇ ਨਾਲ ਪੂਰਾ ਚੈਪਟਰ ਸੁਣਿਆ ਆ ਅਤੇ ਪੂਰੇ ਚੈਪਟਰ ਦੇ ਵਿੱਚੋਂ ਤੁਸੀਂ ਕੁਐਸਚਨਸ ਨੂੰ ਅਟੈਂਪਟ ਕਰ ਸਕਦੇ ਹੋ ਈਜ਼ੀਲੀ। ਸੋ ਇਹਨਾਂ ਨੂੰ ਕਰਨ ਦੇ ਲਈ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਆ। ਤਾਂ ਆਪਾਂ ਨੈਕਸਟ ਕੁਐਸਚਨ ਵੀ ਦੇਖਦੇ ਹਾਂ ਹੁਣ ਇਸੇ ਤਰ੍ਹਾਂ। ਇੱਕ ਗੱਲ ਹੋ ਰਿਹਾ ਬੱਚੋ ਕਿ ਇਸ ਕੁਐਸਚਨ ਨੂੰ ਜਿੱਦਾਂ ਹੀ ਆਪਾਂ ਕਰਦੇ ਹਾਂ ਕਵਰ, ਇਹਨਾਂ ਨੂੰ ਤੁਸੀਂ ਨਾਲ ਨਾਲ ਲਿਖ ਕੇ ਦੇਖਿਆ ਕਰੋ। ਜਦੋਂ ਵੀ ਤੁਸੀਂ ਕਿਸੇ ਕੁਐਸਚਨ ਨੂੰ ਲਿਖ ਕੇ ਦੇਖਦੇ ਹੋ ਤਾਂ ਉਹ ਕੁਐਸਚਨ ਮੈਨੂੰ ਇੱਦਾਂ ਲੱਗਦਾ ਆ ਕਿ ਤੁਹਾਡੇ ਲਈ ਹੋਰ ਵੀ ਜ਼ਿਆਦਾ ਮਤਲਬ ਸ਼ੋਰ ਹੋ ਜਾਂਦੇ ਆ ਤੁਸੀਂ ਉਸ ਚੀਜ਼ ਨੂੰ ਲੈ ਕੇ, ਕਿ ਉਹ ਕੁਐਸਚਨ ਤੁਹਾਡੇ ਮਾਈਂਡ ਦੇ ਵਿੱਚ ਫਿੱਟ ਹੋ ਜਾਂਦਾ। ਇਹ ਸਪੈਸ਼ਲੀ ਉਹਨਾਂ ਸਟੂਡੈਂਟਸ ਦੇ ਲਈ ਇੱਕ ਕਹਿ ਲਓ ਕਿ ਟਿਪ ਆ, ਜਿਹੜੇ ਬੱਚਿਆਂ ਨੂੰ ਇੱਕ ਵਾਰੀ ਰੀਡ ਕਰੇ ਅਤੇ ਯਾਦ ਨਹੀਂ ਹੁੰਦਾ। ਉਹ ਬੱਚੇ ਕੀ ਕਰਨ, ਉਹ ਬੱਚੇ ਇੱਕ ਨੋਟਬੁੱਕ ਦੇ ਉੱਤੇ ਆਪਣੇ ਕੁਐਸਚਨ ਦੇ ਆਨਸਰ ਨੂੰ ਵਾਰ-ਵਾਰ ਲਿਖ ਕੇ ਦੇਖਣ। ਇੱਕ ਟਿਪ ਮੈਂ ਹੋਰ ਦੱਸਦੇ ਹਾਂ, ਬਹੁਤ ਸਾਰੇ ਸਟੂਡੈਂਟਸ ਇੱਕ ਆਹ ਮਿਸਟੇਕ ਜ਼ਰੂਰ ਕਰਦੇ ਆ, ਕੁਐਸਚਨ ਜਲਦੀ 'ਚ ਰੀਡ ਕਰਦੇ ਆ, ਆਨਸਰ ਫਿਰ ਗਲਤ ਅਟੈਂਪਟ ਕਰ ਦਿੰਦੇ। ਸਭ ਤੋਂ ਜ਼ਿਆਦਾ ਕਾਮਨ ਮਿਸਟੇਕ ਆ, ਸਭ ਤੋਂ ਜ਼ਿਆਦਾ ਕਾਮਨ ਮਿਸਟੇਕ ਸਟੂਡੈਂਟਸ ਦੀ ਇਹ ਆ। ਬੱਚੋ ਇੰਗਲਿਸ਼ ਇੱਕ ਸਬਜੈਕਟ ਆ, ਇਹ ਇੱਕ ਲੈਂਗੁਏਜ ਆ, ਇਹ ਈਜ਼ੀ ਆ। ਡਿਫੀਕਲਟ ਵੀ ਹੈਗੀ ਆ। ਡਿਫੀਕਲਟ ਉਦੋਂ ਆ ਜਦੋਂ ਅਸੀਂ ਇਹਨੂੰ ਇੱਕ ਲੈਂਗੁਏਜ ਨਹੀਂ ਲੈਂਦੇ। ਅਸੀਂ ਜਦੋਂ ਇਹਨੂੰ ਮਤਲਬ ਬਹੁਤ ਲਾਈਕ ਮੈਥਸ, ਫਿਜ਼ਿਕਸ, ਕੈਮਿਸਟਰੀ ਇੱਦਾਂ ਦੇ ਸਬਜੈਕਟਸ ਦੀ ਤਰ੍ਹਾਂ, ਟੈਕਨੀਕਲ ਸਬਜੈਕਟਸ ਦੀ ਤਰ੍ਹਾਂ ਸਮਝ ਲੈਂਦੇ ਹਾਂ। ਇਹਨੂੰ ਸਮਝਣ ਦੇ ਲਈ ਲੈਂਗੁਏਜ ਨੂੰ ਸਾਨੂੰ ਓਪਟ ਕਰਨਾ ਪੈਣਾ, ਸਮਝਣਾ ਪੈਣਾ, ਲੈਂਗੁਏਜ ਨੂੰ ਆਪਣੇ ਜ਼ਿਹਨ 'ਚ ਬਿਠਾਉਣਾ ਪੈਣਾ, ਠੀਕ। ਅਤੇ ਇਸੇ ਲਈ ਕੁਐਸਚਨਸ ਜਦੋਂ ਰੀਡ ਕਰੋਗੇ ਤਾਂ ਤੁਹਾਡੇ ਮਾਇੰਡ ਦੇ ਵਿੱਚ ਅੰਡਰਸਟੈਂਡਿੰਗ ਤੁਹਾਨੂੰ ਹੋ ਜਾਏਗੀ ਕਿ ਆਹ ਲੈਂਗੁਏਜ ਦੇ ਵਿੱਚ ਆਹ ਕੁਐਸਚਨ ਆ ਅਤੇ ਮੈਂ ਆਪਣੀ ਪੰਜਾਬੀ ਲੈਂਗੁਏਜ 'ਚ ਪਹਿਲਾਂ ਕਨਵਰਟ ਕਰ ਲਿਆ ਪੰਜਾਬੀ ਔਰ ਹਿੰਦੀ 'ਚ, ਦੈਨ ਇਹਦਾ ਆਨਸਰ ਆਹ ਹੋਊਗਾ ਅਕੋਰਡਿੰਗ ਟੂ ਇੰਗਲਿਸ਼ ਲੈਂਗੁਏਜ, ਠੀਕ। ਆਪਣੀ ਲੈਂਗੁਏਜ 'ਚ ਪਹਿਲਾਂ ਕਨਵਰਟ ਕਰਕੇ ਦੇਖਿਆ ਕਰੋ, ਫਿਰ ਉਸ ਤੋਂ ਬਾਅਦ ਉਹਨੂੰ ਇੰਗਲਿਸ਼ 'ਚ ਕਨਵਰਟ ਕਰਨਾ ਈਜ਼ੀ ਹੋ ਜਾਂਦਾ। ਸੋ ਸੈਕਿੰਡ ਕੁਐਸਚਨ ਕਰਦੇ ਹਾਂ। ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਕੁਐਸਚਨ। ਹਸਨਜ਼ ਕਰੈਕਟਰ ਸਕੈਚ ਐਂਡ ਥੀਮ ਇੰਪੋਰਟੈਂਟ ਆ, ਓਕੇ। ਵਾਟ ਇਜ਼ ਅ ਥੀਮ ਆਫ ਦ ਚੈਪਟਰ ਹਸਨਜ਼ ਅਟੈਂਡੈਂਸ ਪ੍ਰੋਬਲਮ। ਅਸੀਂ ਇਸ ਕੁਐਸਚਨ ਦੇ ਆਨਸਰ ਨੂੰ ਕਿੱਦਾਂ ਅਟੈਂਪਟ ਕਰਨਾ। ਇਸ ਕੁਐਸਚਨ ਦੇ ਆਨਸਰ ਦੇ ਵਿੱਚ ਅਸੀਂ ਕਹਾਣੀ ਦੱਸਣੀ ਹੁੰਦੀ ਥੋੜ੍ਹੀ ਜਿਹੀ, ਕਿਉਂਕਿ ਅਸੀਂ ਥੀਮ ਦੱਸ ਰਹੇ ਹਾਂ, ਐਸੈਂਸ ਦੱਸ ਰਹੇ ਹਾਂ ਚੈਪਟਰ ਦਾ, ਇੱਕ ਉਹ ਪਾਰਟ ਦੱਸ ਰਹੇ ਹਾਂ ਜਿਹਦੇ ਵਿੱਚ ਸਾਰਾ ਕੁਛ ਮਤਲਬ ਬਰੀਫਲੀ ਅਸੀਂ ਜਲਦੀ ਉਹਨਾਂ ਨੂੰ ਕਲੀਅਰ ਕਰ ਦਿੰਦੇ ਹਾਂ। ਸੋ ਇਹ ਹੁੰਦਾ ਥੀਮ ਚੈਪਟਰ ਦਾ। ਹਸਨਜ਼ ਅਟੈਂਡੈਂਸ ਪ੍ਰੋਬਲਮ ਇਜ਼ ਅ ਥੋਟ ਪ੍ਰੋਵੋਕਿੰਗ ਚੈਪਟਰ। ਕਹਿੰਦੇ ਹਸਨ ਅਟੈਂਡੈਂਸ ਪ੍ਰੋਬਲਮ ਇੱਕ ਵਿਚਾਰ ਪ੍ਰੇਰਕ ਅਧਿਆਇ ਹੈ। ਮਤਲਬ ਸਾਨੂੰ ਇੱਕ ਸਾਡੇ ਦਿਮਾਗ ਨੂੰ ਇੱਕ ਪ੍ਰੇਰਨਾ ਦੇਣ ਵਾਲਾ ਚੈਪਟਰ ਆ, ਸਾਨੂੰ ਕਿਸੇ ਚੀਜ਼ ਲਈ ਲਾਈਕ ਐਡਵਾਈਸ ਦਿੰਦਾ ਇਹ ਚੈਪਟਰ, ਠੀਕ। ਤੁਹਾਡੀ ਬੁੱਕ ਦੇ ਵਿੱਚ ਜਿੰਨੇ ਵੀ ਚੈਪਟਰਸ ਆ ਮੈਨੂੰ ਪਰਸਨਲੀ ਬਹੁਤ ਅੱਛੇ ਲੱਗਦੇ, ਕਿਉਂਕਿ ਹਰ ਇੱਕ ਚੈਪਟਰ ਬਹੁਤ ਹੀ ਮੀਨਿੰਗਫੁੱਲ ਆ ਐਂਡ ਬਹੁਤ ਹੀ ਅੱਛਾ ਮੈਸੇਜ ਦਿੰਦਾ ਆ। ਇਟ ਡਿਸਕ੍ਰਾਈਬਸ ਦ ਕੰਸੀਕੁਐਂਸਿਸ ਆਫ ਨਾਟ ਟੇਕ ਥਿੰਗਸ ਸੀਰੀਅਸਲੀ। ਕੰਸੀਕੁਐਂਸਿਸ ਕੀ ਹੁੰਦੇ ਆ, ਸਿੱਟੇ, ਰਿਜ਼ਲਟ। ਕਹਿੰਦੇ ਇਹ ਚੈਪਟਰ ਉਹ ਚੈਪਟਰ ਆ ਜਿਹੜਾ ਸਾਨੂੰ ਦੱਸਦਾ ਆ। ਇਟ ਡਿਸਕ੍ਰਾਈਬ ਕੀ ਹੁੰਦਾ, ਕਿਸੇ ਚੀਜ਼ ਦਾ
ਵਿਸਥਾਰ ਨਾਲ ਕਿਸੇ ਚੀਜ਼ ਨੂੰ ਦੱਸਣਾ। ਕਹਿੰਦੇ ਇਹ ਵਰਣਨ ਕਰਦਾ ਆ, ਵਿਸਥਾਰ ਨਾਲ ਦੱਸਦਾ ਆ, ਡਿਸਕ੍ਰਾਈਬ ਕਰਦਾ ਆ ਕਿ ਜਿਹੜੇ ਕੰਸੀਕੁਐਂਸਿਸ ਆ, ਸਿੱਟੇ ਜਿਹੜੇ ਨਿਕਲਦੇ ਆ ਕਿਹੜੀਆਂ ਚੀਜ਼ਾਂ ਦੇ, ਜਦੋਂ ਅਸੀਂ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲਈਦਾ, ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਕੰਸੀਡਰ ਨਹੀਂ ਕਰਦੇ, ਅਸੀਂ ਇਹ ਸੋਚਦੇ ਹਾਂ ਲੈਟ ਗੋ। ਓਨਲੀ ਵਰਕਿੰਗ ਫॉर ਪਿਟੀ ਗੇਨਸ ਵਿਲ ਲੈਡ ਵਨ ਨੋਵੇਅਰ। ਛੋਟੇ ਛੋਟੇ ਫਾਇਦਿਆਂ ਲਈ ਕੰਮ ਕਰਨਾ ਵਿਅਕਤੀ ਨੂੰ ਕਿਤੇ ਵੀ ਨਹੀਂ ਲੈ ਕੇ ਜਾਂਦਾ। ਛੋਟੇ ਛੋਟੇ ਫਾਇਦੇ ਮਤਲਬ ਜਦੋਂ ਅਸੀਂ ਕੰਮ ਆਪਣਾ ਜੀ ਸੌਂ ਲਿਆ, ਥੋੜ੍ਹਾ ਜਿਹਾ ਮੈਂ ਥੋੜ੍ਹੀ ਜਿਹੀ ਰੈਸਟ ਕਰ ਲੈਣਾ, ਇਹ ਚੀਜ਼ਾਂ ਸਾਨੂੰ ਸਟਰਗਲ ਕਰਨ ਤੋਂ ਰੋਕਦੀਆਂ ਨੇ ਅਤੇ ਸਾਨੂੰ ਅੱਗੇ ਵਧਣ ਨਹੀਂ ਦਿੰਦੀਆਂ, ਸਾਨੂੰ ਕਿਤੇ ਨਹੀਂ ਲੈ ਕੇ ਜਾਂਦੀਆਂ। ਠੀਕ ਹੈ, ਹਸਨ ਵੀ ਇਹੀ ਚੀਜ਼ ਕਰਦਾ ਸੀ, ਆਪਣੇ ਫਰੈਂਡਸ ਨਾਲ ਚੈਟ ਕਰਦਾ ਸੀ ਐਂਡ ਗੇਮਸ ਪਲੇ ਕਰਦਾ ਸੀ, ਲਿਸਨ ਕਰਦਾ ਰਹਿੰਦਾ ਸੀ ਸਾਰੀ ਸਾਰੀ ਰਾਤ ਮਿਊਜ਼ਿਕ, ਅਤੇ ਦਿਨ ਨੂੰ ਉੱਠ ਨਹੀਂ ਸੀ ਪਾਉਂਦਾ। ਠੀਕ ਇਹੀ ਚੀਜ਼ ਨੂੰ ਉਹਨਾਂ ਨੇ ਡਿਸਕ੍ਰਾਈਬ ਕੀਤਾ ਆ। ਦਿਸ ਥੀਮ ਹੈਜ਼ ਬੀਨ ਡਿਵੈਲਪਡ ਵਿਦ ਦਾ ਐਗਜ਼ੈਂਪਲ ਆਫ ਹਸਨ। ਕਹਿੰਦੇ ਇਹ ਹਸਨ ਦੇ ਇੱਕ ਉਦਾਹਰਨ ਦਿੱਤੀ ਹੋਈ ਆ ਕਿ ਹਸਨ ਇੱਕ ਕਿਹੋ ਜਿਹਾ ਵਿਅਕਤੀ ਸੀ, ਅਤੇ ਉਹਨੂੰ ਲੈ ਕੇ ਇਹ ਸਮਝਾਇਆ ਗਿਆ ਵੀ ਸਾਨੂੰ ਲਾਈਫ 'ਚ ਕਿੱਦਾਂ ਰਹਿਣਾ ਚਾਹੀਦਾ। ਹਸਨ ਇਜ਼ ਅ ਬ੍ਰਾਈਟ ਬਟ ਨੈਗਲੀਜੈਂਟ ਸਟੂਡੈਂਟ। ਕਹਿੰਦੇ ਹਸਨ ਇੱਕ ਹੁਸ਼ਿਆਰ ਸੀ ਪਰ ਉਹ ਲਾਪਰਵਾਹ ਸੀ। ਨੈਗਲੀਜੈਂਟ ਕੀ ਹੁੰਦਾ? ਲਾਪਰਵਾਹ ਹੋਣਾ, ਕਿਸੇ ਚੀਜ਼ ਨੂੰ ਲੈ ਕੇ ਲਾਪਰਵਾਹੀ ਕਰਨਾ। ਹੀ ਕਮਸ ਟੂ ਦਾ ਕਲਾਸ ਆਫ ਐਨ ਔਨ ਬਟ ਗੈਟਸ ਫਸਟ ਕਲਾਸ ਇਨ ਦਾ ਐਗਜ਼ਾਮੀਨੇਸ਼ਨ। ਕਹਿੰਦੇ ਉਹ ਕਲਾਸ ਦੇ ਵਿੱਚ ਕਦੇ ਕਦੇ ਆਉਂਦਾ ਸੀਗਾ ਪਰ ਉਹ ਪਹਿਲੀ ਸ਼੍ਰੇਣੀ ਵਿੱਚ ਪਾਸ ਹੋ ਜਾਂਦਾ ਸੀ। ਹੀ ਡਜ਼ ਨਾਟ ਸਟੱਡੀ ਟੂ ਗੇਨ ਨੌਲੇਜ। ਕਹਿੰਦੇ ਉਹ ਪੜ੍ਹਾਈ ਇਸ ਲਈ ਨਹੀਂ ਸੀ ਕਰਦਾ ਕਿ ਉਹ ਨੌਲੇਜ ਗੇਨ ਕਰੇ। ਗੇਨ ਕੀ ਹੁੰਦਾ? ਹਾਸਿਲ ਕਰਨਾ। ਕਿ ਉਹ ਨੌਲੇਜ ਹਾਸਿਲ ਕਰਨ ਲਈ ਨਹੀਂ ਸੀ ਪੜ੍ਹਦਾ। ਹੀ ਸਪੈਂਡਸ ਆਲ ਨਾਈਟ ਲਿਸਨਿੰਗ ਟੂ ਮਿਊਜ਼ਿਕ ਐਂਡ ਚੈਟਿੰਗ ਵਿਦ ਹਿਜ਼ ਫਰੈਂਡਸ। ਕਹਿੰਦੇ ਉਹ ਸਾਰੀਆਂ ਰਾਤਾਂ ਮਿਊਜ਼ਿਕ ਸੁਣਨ 'ਚ ਸਪੈਂਡ ਕਰ ਦਿੰਦਾ ਸੀ ਅਤੇ ਨਾਲੇ ਆਪਣੇ ਦੋਸਤਾਂ ਨਾਲ ਗੱਲਾਂ ਕਰਨ ਦੇ ਵਿੱਚ। To pass the examination by securing first division seems the be all and end all the studies। ਕਹਿੰਦੇ to pass the examination, okay, ਪਹਿਲੀ ਸ਼੍ਰੇਣੀ ਵਿੱਚ ਇਮਤਿਹਾਨ ਪਾਸ ਕਰਨਾ ਪੜ੍ਹਾਈ ਦਾ ਇੱਕੋ ਇੱਕ ਉਦੇਸ਼ ਵਿਖਾਈ ਦਿੰਦਾ ਸੀ। ਮੀਨਸ ਕਿ ਉਹ ਸਿਰਫ ਫਸਟ ਡਿਵੀਜ਼ਨ ਲੈਣ ਦੇ ਲਈ ਹੀ ਪੜ੍ਹਦਾ ਸੀ ਅਤੇ ਉਹ ਇੰਪੋਰਟੈਂਟ ਕੁਐਸਚਨਸ ਪੜ੍ਹ ਲੈਂਦਾ ਸੀ। ਉਹ ਆਪਣੀ ਕੋਈ ਨੌਲੇਜ ਗੇਨ ਕਰਨ ਲਈ ਨਹੀਂ ਸੀ ਪੜ੍ਹਦਾ। ਹਿਜ਼ ਫਾਦਰ ਇਜ਼ ਬਿਜ਼ੀ ਇਨ ਮੇਕਿੰਗ ਮਨੀ ਐਂਡ ਹੈਜ਼ ਲਿਟਲ ਟਾਈਮ ਫॉर ਹਿਮ। ਉਹਦੇ ਫਾਦਰ ਤੋਂ ਉਹਦੇ ਲਈ ਸਮਾਂ ਬਹੁਤ ਹੀ ਘੱਟ ਹੁੰਦਾ ਸੀ ਅਤੇ ਨਾਲ ਦੀ ਨਾਲ ਉਹ ਹਮੇਸ਼ਾ ਬਿਜ਼ੀ ਰਹਿੰਦੇ ਸੀਗੇ ਪੈਸੇ ਜੋੜਨ ਦੇ ਵਿੱਚ, ਪੈਸੇ ਕਮਾਉਣ ਦੇ ਵਿੱਚ। The false priorities of both the father and the son ruin the latter's career। ਕਹਿੰਦੇ ਦੋਨਾਂ ਦੇ ਵਿੱਚ, ਦੋਨਾਂ ਕਿਹਨਾਂ ਦੇ ਵਿੱਚ? ਫਾਦਰ ਐਂਡ ਉਹਦੇ ਸਨ ਦੇ ਵਿੱਚ। ਉਹਨਾਂ ਦੋਨਾਂ ਦੇ ਵਿੱਚ ਕੀ ਸੀ? ਉਹਨਾਂ ਦੋਨਾਂ ਦੀਆਂ ਪਹਿਲ ਜਿਹੜੀਆਂ ਸੀ ਉਹ ਗਲਤ ਸੀ। ਪਹਿਲ ਕੀ ਹੁੰਦਾ? ਪ੍ਰਾਇਓਰਿਟੀ। ਬੱਚਾ ਕਿਹਨੂੰ ਪ੍ਰਾਇਓਰਿਟੀ ਦਿੰਦਾ ਸੀ? ਆਪਣੇ ਦੋਸਤਾਂ ਨਾਲ ਚੈਟ ਕਰਨ 'ਚ ਐਂਡ ਮੋਬਾਈਲ ਐਂਡ ਲਿਸਨ ਕਰਨ 'ਤੇ ਸੌਂਗਸ ਨੂੰ। ਅਤੇ ਫਾਦਰ ਕਿਹਦੇ ਵਿੱਚ ਪਹਿਲ ਦਿੰਦੇ ਸੀ? ਪ੍ਰਾਇਓਰਿਟੀ ਕਿਹੜੀ ਚੀਜ਼ ਨੂੰ ਦਿੰਦੇ ਸੀ? ਉਹ ਦਿੰਦੇ ਸੀ ਮਨੀ ਨੂੰ, ਮਨੀ ਮੇਕ ਕਰਨ ਨੂੰ। ਇਸ ਲਈ ਇਹ ਦੋਨੋਂ ਹੀ ਚੀਜ਼ਾਂ ਉਹਨਾਂ ਨੂੰ ਅਗਲੇ ਕਰੀਅਰ ਦੇ ਲਈ, ਅਗਲੀ ਲਾਈਫ ਦੇ ਲਈ, ਲੇਟਰ ਮਤਲਬ ਬਾਅਦ ਵਾਲੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕੀ ਦਿੰਦੀਆਂ ਆ? ਦਿੱਕਤਾਂ ਦਿੰਦੀਆਂ। ਸੋ ਇਹ ਸੀ ਸਾਡਾ ਸੈਕਿੰਡ ਕੁਐਸਚਨ। ਆਈ ਹੋਪ ਤੁਹਾਨੂੰ ਫਸਟ ਐਂਡ ਸੈਕਿੰਡ ਕੁਐਸਚਨ ਚੰਗੇ ਤਰੀਕੇ ਨਾਲ ਸਮਝ ਲੱਗ ਗਿਆ ਹੋਊਗਾ ਅਤੇ ਮੇਰੇ ਪੜ੍ਹਾਉਣ ਦਾ ਵੇ ਮੇ ਵੀ ਤੁਹਾਨੂੰ ਈਜ਼ੀ ਲੱਗਾ ਹੋਵੇ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪਲੀਜ਼ ਕੋਈ ਨਾ ਕੋਈ ਮੈਸੇਜ ਜ਼ਰੂਰ ਡਰੋਪ ਕਰਿਆ ਕਰੋ। ਮੈਨੂੰ ਅੱਛਾ ਲੱਗਦਾ ਤੁਹਾਡੇ ਰਿਪਲਾਈਜ਼ ਕਰਨਾ। ਥੈਂਕ ਯੂ ਸੋ ਮਚ।